ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਪੰਜਾਬ ਚਰਚਾ 'ਚ ਮੈਂ ਹਾਂ ਕਮਲਪ੍ਰੀਤ ਸਿੰਘ। ਦੋਸਤੋ, ਕਿਸਾਨ ਅੰਦੋਲਨ ਚੱਲੇ ਨੂੰ 9 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਉਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਸਰਕਾਰ ਨੂੰ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹਨਾਂ ਦੀ ਗੱਲ ਇੱਥੇ ਨਾ ਸੁਣੀ ਗਈ ਤਾਂ ਫਿਰ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠ ਗਏ। ਇਸ ਵੇਲੇ ਕਿਸਾਨਾਂ ਨੇ ਆਪਣਾ ਅੰਦੋਲਨ ਪੂਰੇ ਸਿਖਰ ਦੇ ਉੱਤੇ ਲੈ ਆਂਦਾ ਹੈ, ਕਿਉਂਕਿ ਉਹਨਾਂ ਦੀ ਸਿਰਫ ਜ਼ਮੀਨ ਦਾ ਹੀ ਨਹੀਂ ਸਵਾਲ, ਬਲਕਿ ਉਹਨਾਂ ਦੇ ਭਵਿੱਖ ਦਾ ਸਵਾਲ ਹੈ, ਦੇਸ਼ ਦਾ ਸਵਾਲ ਹੈ। ਪਰ ਜੇ ਦੇਖਿਆ ਜਾਏ ਤਾਂ ਇਹ ਅੰਦੋਲਨ ਇੰਨੇ ਮਹੀਨਿਆਂ ਬਾਅਦ ਜਿੱਥੇ ਸੁਲਝਣਾ ਚਾਹੀਦਾ ਸੀ ਉੱਥੇ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ। ਆਖਰ ਕੀ ਕਾਰਨ ਨੇ ਕਿ ਇਸ ਅੰਦੋਲਨ ਨੂੰ ਸਰਕਾਰਾਂ ਖਤਮ ਕਿਉਂ ਨਹੀਂ ਕਰ ਰਹੀਆਂ? ਕਿਸਾਨਾਂ ਦੀ ਜਿਹੜੀ ਜਾਇਜ਼ ਗੱਲ ਹੈ ਉਹਨਾਂ ਨੂੰ ਮੰਨਿਆ ਕਿਉਂ ਨਹੀਂ ਜਾ ਰਿਹਾ? ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਗੁਰਮੀਤ ਪਲਾਹੀ ਜੀ ਹੋਣਗੇ। ਆਓ ਫਿਰ ਸਵਾਗਤ ਕਰਦੇ ਹਾਂ ਉਹਨਾਂ ਦਾ ਤੇ ਇਸ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ। ਪਲਾਹੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਮਲ ਜੀ। ਜੀ ਪਲਾਹੀ ਸਾਹਿਬ, ਕੀ ਹਾਲ ਚਾਲ ਨੇ ਜੀ? ਬਹੁਤ ਠੀਕ ਹੈ ਜੀ, ਤੁਸੀਂ ਦੱਸੋ? ਬੜੀਆਂ ਗਰਮ ਖਬਰਾਂ ਅੱਜ ਕੱਲ ਆ ਰਹੀਆਂ ਨੇ। ਦੇਖੋ ਕਿੱਡਾ ਅੱਤ ਵਾਲੀ ਗੱਲ ਹੈ ਕਿ ਆਪਣੀ ਸਰਕਾਰ ਦੇ ਬੰਦੇ ਆਪਣੇ ਬੰਦਿਆਂ ਨੂੰ ਕੁੱਟਣ ਤੇ ਤੁਰ ਪਏ ਨੇ। ਇਹੋ ਜੀ ਤਰਾਸਦੀ ਮੈਂ ਸਮਝਦਾ ਵੀ ਕਿਸੇ ਵੇਲੇ ਵੀ ਦੇਸ਼ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ, ਕਿਉਂਕਿ ਅਸੀਂ ਸਾਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਵੱਡਾ ਲੋਕਤੰਤਰ ਕਹਿੰਦੇ ਆ, ਤੇ ਇਸ ਲੋਕਤੰਤਰ ਦੇ ਵਿੱਚ ਜੇ ਲੋਕ ਕੁੱਟੇ ਜਾਂਦੇ ਨੇ ਤੇ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਕਮਲ ਜੀ। ਪਲਾਹੀ ਸਾਹਿਬ, ਠੀਕ ਕਹਿ ਰਹੇ ਹੋ ਤੁਸੀਂ। ਔਰ ਦੇਖੋ ਕਿ ਦੁਨੀਆ ਦੇ ਵਿੱਚ ਲੋਕਾਂ ਦਾ ਜਿਹੜੀ ਸਹਿਣ ਸ਼ਕਤੀ ਸੀ ਜੋ ਸਾਡੇ ਪੁਰਾਣੇ ਸਮੇਂ ਦੇ ਲੋਕਾਂ ਦੇ ਵਿੱਚ ਸੀ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਹਰ ਕੋਈ ਚੌਧਰ ਚਾਹੁੰਦਾ ਹੈ ਔਰ ਇਹ ਚਾਹੁੰਦਾ ਹੈ ਕਿ ਉਹਦੀ ਗੱਲ ਸੁਣੀ ਜਾਏ, ਉਹਦੀ ਗੱਲ ਹੀ ਮੰਨੀ ਜਾਏ, ਤੇ ਜੇਕਰ ਉਹਦੀ ਕੋਈ ਗੱਲ ਨਹੀਂ ਮੰਨਦਾ ਤਾਂ ਹੰਕਾਰ ਦੀ ਸੀਮਾ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਉਹ ਬੰਦਾ ਕੁਝ ਵੀ ਕਰ ਗੁਜ਼ਰਦਾ ਹੈ। ਮਸਲਨ ਆਪਾਂ ਦੇਖ ਲਈਏ, ਜੇਕਰ ਪਿਛਲੇ ਦਿਨਾਂ ਦੇ ਦੌਰਾਨ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਨੇ ਹਮਲਾ ਕਰ ਦਿੱਤਾ ਔਰ ਇਸ ਵੇਲੇ ਅਫਗਾਨਿਸਤਾਨੀਆਂ ਦਾ ਕੀ ਹਾਲ ਹੈ, ਤੇ ਉਹ ਤੇ ਆਪਾਂ ਜੇ ਗੱਲ ਆਪਾਂ ਕਰੀਏ ਕਿ ਉਹ ਇੱਕ ਵੱਖਰਾ ਧੜਾ ਹੈ, ਪਰ ਆਪਣੇ ਦੇਸ਼ ਦੇ ਵਿੱਚ ਵੀ ਤਾਲਿਬਾਨੀ ਹੁਕਮ ਚੱਲ ਰਹੇ ਨੇ। ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਕਿ ਕਿਸਾਨਾਂ ਦੇ ਉੱਤੇ ਦੇਖੋ ਫਿਰ ਤਸ਼ੱਦਦ ਕੀਤੀ ਜਾ ਰਹੀ ਹੈ ਔਰ ਲਗਾਤਾਰ ਲਾਠੀ ਚਾਰਜ, ਔਰ ਹੁਣ ਇਹੋ ਜਿਹੀਆਂ ਹਾਲਾਤ ਬਣਦੇ ਜਾ ਰਹੇ ਨੇ ਕਿ ਕਿਸਾਨ ਆਪਣਾ ਪ੍ਰਦਰਸ਼ਨ ਵੀ ਖੁੱਲ੍ਹ ਕੇ ਨਹੀਂ ਕਰ ਪਾ ਰਹੇ? ਦੇਖੋ, ਤੁਸੀਂ ਬੜੀ ਅੱਛੀ ਗੱਲ ਕੀਤੀ, ਔਰ ਅਮਰੀਕਾ ਤੇ ਤਾਲਿਬਾਨ ਦੀ ਜਿਹੜੀ ਮਸਲਾ ਹੈ ਉਸ ਬਾਰੇ ਖੁੱਲ ਕੇ ਵਿਚਾਰ ਤੁਸੀਂ ਦੱਸੇ ਨੇ ਕਿ ਕਿਵੇਂ ਤਾਲਿਬਾਨੀ ਹੁਕਮ ਜਿਹੜੇ ਨੇ ਉੱਥੇ ਜਾਰੀ ਹੁੰਦੇ ਨੇ ਤੇ ਲੋਕਾਂ ਦੀ ਕੁੱਟਮਾਰ ਤੇ ਗੋਲੀਆਂ ਤੱਕ ਦੀ ਗੱਲ ਕੀਤੀ ਜਾਂਦੀ ਹੈ। ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਪਿਛਲੇ ਦਿਨੀ ਇੱਕ ਗੱਲ ਇਹ ਵੀ ਚੱਲੀ ਸੀ ਵੀ ਯੂਪੀ ਦੇ ਵਿੱਚ ਵੀ ਇਸ ਕਿਸਮ ਦੇ ਤਾਲਿਬਾਨੀ ਸਾਨੂੰ ਦਿਸਣ ਲੱਗ ਪਏ ਨੇ। ਔਰ ਇਸ ਤੋਂ ਵੀ ਵੱਡੀ ਗੱਲ ਇਹ ਕਿ ਹਰਿਆਣਾ ਦੇ ਵਿੱਚ ਇੱਕ ਅਫਸਰ ਜਿਹੜਾ SDM ਹੈ ਉਹ ਕੰਟਰੋਲ ਕਰ ਰਿਹਾ ਵੀ ਕੋਈ ਸ਼ਾਂਤੀ ਨਾਲ ਬੈਠੇ ਹੋਏ ਜਿਹੜੇ ਕਿਸਾਨ ਨੇ ਉੱਥੇ ਕੋਈ ਵਾਧੂ ਕਾਟੂ ਗੱਲ ਨਾ ਹੋਵੇ। ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਜਦੋਂ ਥੋੜੀ ਬਹੁਤੀ ਸ਼ਾਂਤੀ ਦੇ ਵਿੱਚ ਬੈਠੇ ਕਿਸਾਨ ਵੱਧ ਨਾਅਰੇ ਲਾਉਂਦੇ ਨੇ ਤੇ ਥੋੜਾ ਜਿਹਾ ਅੱਗੇ ਨੂੰ ਵਧਣ ਦਾ ਯਤਨ ਕਰਦੇ ਨੇ ਤੇ ਉਹ ਇੱਕ ਤਾਲਿਬਾਨੀ ਹੁਕਮ ਜਿਹੜਾ ਹੈ ਉਹ ਜਾਰੀ ਕਰਦਾ ਵੀ ਕਿਸਾਨਾਂ ਦੇ ਸਿਰ ਭੰਨ ਦਿਓ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਕਿ ਕੀ ਸੱਚਮੁੱਚ ਭਾਰਤ ਦੇਸ਼ ਜਿਹੜਾ ਮਹਾਨ ਦੇਸ਼ ਹੈ, ਜਿਸ ਨੂੰ ਵੱਡਾ ਲੋਕਤੰਤਰ ਕਹਿੰਦੇ ਆ, ਉੱਥੋਂ ਦੀ ਅਫਸਰਸ਼ਾਹੀ ਜਿਹੜੀ ਹੈ ਕਿਵੇਂ ਸਿਆਸਤਦਾਨਾਂ ਨੂੰ ਖੁਸ਼ ਕਰਨ ਦੀ ਖਾਤਰ ਇਸ ਕਿਸਮ ਦੇ ਹੁਕਮ ਜਾਰੀ ਕਰਦੀ ਹੈ। ਦੇਖੋ 9 ਮਹੀਨੇ ਹੋ ਗਏ ਨੇ ਕਮਲ ਜੀ ਬਰੂਹਾਂ ਤੇ ਬੈਠੇ ਹੋਏ, ਔਰ ਸਰਕਾਰ ਵਜੀਦ ਬੈਠੀ ਹੈ, ਉਹ ਕੋਈ ਗੱਲ ਉਹਨਾਂ ਦੀ ਸੁਣ ਨਹੀਂ ਰਹੀ ਤੇ ਉਹਨਾਂ ਨੇ ਹਰਿਆਣਾ ਦੇ ਵਿੱਚ ਵੀ ਇਸ ਕਿਸਮ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਵੀ ਉੱਥੋਂ ਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੀ ਕਿਸੇ ਵੀ ਮੂਵਮੈਂਟ ਨੂੰ ਦਬਾਉਣ ਦੇ ਉੱਤੇ ਲੱਗੀ ਹੋਈ ਹੈ। ਦੇਖੋ, ਅੰਦੋਲਨ ਪੰਜਾਬ ਤੋਂ ਤੁਰਿਆ, ਪੰਜਾਬ ਦੇ ਵਿੱਚ ਵੀ ਬੜੀ ਵੱਡੀ ਪੱਧਰ ਤੇ ਇਸ ਗੱਲ ਦਾ ਰੋਸ ਹੈ। ਕਿਸੇ ਪਾਰਟੀ ਵਾਲੇ ਨੂੰ ਜਦੋਂ ਵੀ ਕੋਈ ਪਾਰਟੀ ਵਾਲੇ ਜਾਂਦੇ ਨੇ ਸਵਾਲ ਖੜੇ ਹੁੰਦੇ ਨੇ, ਪਰ ਹਰਿਆਣਾ ਵਿੱਚ ਤਾਂ ਇਸ ਕਿਸਮ ਦਾ ਜੋਸ਼ ਹੈ ਕਿਸਾਨਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਇਸ ਮੂਵਮੈਂਟ ਨੂੰ ਸਮਝ ਲਿਆ। ਉਹਨਾਂ ਨੇ ਸਮਝ ਲਿਆ ਕਿ ਇਹ ਦੇਸ਼ ਦੀ ਆਜ਼ਾਦੀ ਦਾ ਇੱਕ ਹੋਰ ਆਜ਼ਾਦੀ ਵਾਲਾ ਮੂਵਮੈਂਟ ਹੈ, ਇਹ ਉਹਨਾਂ ਦੀ ਹੋਂਦ ਦੀ ਲੜਾਈ ਹੈ,
ਇਸ ਕਰਕੇ ਉਹ ਲਗਾਤਾਰ ਵਿਰੋਧ ਦੇ ਵਿੱਚ ਖੜੇ ਦਿਖਾਈ ਦਿੰਦੇ ਨੇ ਸਾਨੂੰ। ਭਲਾਈ ਸਾਹਿਬ, ਜਿੱਥੇ ਤੱਕ ਕਿਸਾਨਾਂ ਦੀ ਗੱਲ ਹੈ, ਆਮ ਜਨਤਾ ਦੀ ਗੱਲ ਹੈ, ਉਹ ਤਾਂ ਸਮਝ ਆਉਂਦੀ ਹੈ ਕਿ ਜਨਤਾ ਇਸ ਚੀਜ਼ ਨੂੰ ਸਮਝ ਗਈ ਹੈ, ਲੇਕਿਨ ਜਿਹੜੇ ਸਾਡੇ ਉੱਪਰ ਬੁੱਧੀਜੀਵੀ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਗੱਲ ਨੂੰ ਸਮਝ ਰਹੇ ਨੇ? ਅੱਛਾ, ਹਾਲ ਫਿਲਹਾਲ ਦੇ ਵਿੱਚ ਇੱਕ ਬਿਆਨ ਆਇਆ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਚੰਦਰਚੂੜ ਜੀ ਨੇ, DY ਚੰਦਰਚੂੜ ਜੀ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਰਕਾਰਾਂ ਦੇ ਉੱਤੇ ਹੁਣ ਜ਼ਿਆਦਾ ਯਕੀਨ ਨਾ ਕਰੋ, ਕਿਉਂਕਿ ਜਿਹੋ ਜਿਹੇ ਆંકੜੇ ਸਰਕਾਰਾਂ ਨੇ ਕਰੋਨਾ ਵੇਲੇ ਦੱਸੇ ਨੇ, ਜਿਹਦੇ ਵਿੱਚ ਮੌਤਾਂ ਦੀ ਸੰਖਿਆ ਕਿੰਨੀ ਜ਼ਿਆਦਾ ਸੀ, ਲੇਕਿਨ ਸਰਕਾਰ ਨੇ ਆંકੜੇ ਗਲਤ ਪੇਸ਼ ਕੀਤੇ। ਤਾਂ ਉਹਨਾਂ ਨੇ ਇਹ ਕਿਹਾ ਕਿ ਜਨਤਾ ਨੂੰ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਨਹੀਂ ਹੋ ਜਾਣਾ ਚਾਹੀਦਾ ਕਿ ਸਰਕਾਰ ਜੋ ਕਹਿੰਦੀ ਉਹ ਸੱਚ ਹੀ ਕਹਿੰਦੀ ਹੈ। ਕਿਵੇਂ ਵੇਖਦੇ ਹੋ ਤੁਸੀਂ ਇਸ ਗੱਲ ਨੂੰ? ਬੜਾ ਅੱਛਾ ਸਵਾਲ ਕਮਲ ਜੀ ਤੁਸੀਂ ਪੁੱਛਿਆ, ਔਰ ਬੜਾ ਜੁੜਿਆ ਹੋਇਆ ਸਵਾਲ ਹੈ ਕਿਸਾਨ ਮੂਵਮੈਂਟ ਦੇ ਨਾਲ ਜੀ। ਦੇਖੋ, ਕਿਸਾਨ ਮੂਵਮੈਂਟ ਜਿਹੜੀ ਚੱਲੀ ਹੈ ਪੂਰੇ ਦੇਸ਼ ਦੇ ਵਿੱਚ ਚੱਲੀ, ਹਰਿਆਣਾ ਦੇ ਵਿੱਚ, ਪੰਜਾਬ ਦੇ ਵਿੱਚ, ਪੱਛਮੀ ਬੰਗਾਲ ਦੇ ਹਿੱਸੇ ਵਿੱਚ, ਬੰਗਾਲ ਤੱਕ ਵੀ ਪਹੁੰਚ ਗਈ, ਤ੍ਰਿਪੁਰਾ, ਪਤਾ ਨਹੀਂ ਸਾਰੇ ਦੇਸ਼ ਦੇ ਹਰ ਹਿੱਸੇ ਦੇ ਵਿੱਚ ਇਹ ਮੂਵਮੈਂਟ ਜਿਹੜੀ ਹੈ ਹੁਣ ਤੁਰਦੀ ਤੁਰਦੀ ਗਾਂਹ ਤੁਰ ਰਹੀ ਹੈ। ਪਰ ਇਸ ਸੰਬੰਧ ਦੇ ਵਿੱਚ ਜਿਸ ਵੇਲੇ ਕੋਈ ਸਧਾਰਨ ਵਿਅਕਤੀ ਮਰਦਾ ਜਾਂ ਕਿਸੇ ਢੰਗ ਦੇ ਨਾਲ ਉਸ ਦੀ ਮੌਤ ਹੁੰਦੀ ਹੈ, ਉਸ ਦੇ ਆંકੜੇ ਤਾਂ ਸਰਕਾਰ ਵੱਲੋਂ ਇਕੱਠੇ ਕੀਤੇ ਜਾਂਦੇ ਨੇ, ਪਰ ਕਿਸਾਨ ਮੂਵਮੈਂਟ ਦੇ ਵਿੱਚ 500-600 ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਮਰੇ ਨੇ, ਉਹਨਾਂ ਬਾਰੇ ਆંકੜੇ ਜਿਹੜੇ ਨੇ ਸਰਕਾਰ ਉਸ ਗੱਲ ਬਾਰੇ ਕਹਿੰਦੀ ਕਿ ਸਾਨੂੰ ਪਤਾ ਹੀ ਨਹੀਂ। ਇਸ ਤੋਂ ਵੀ ਅਗਲੀ ਗੱਲ, ਆંકੜਿਆਂ ਦੇ ਬਾਰੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਤੇ ਗੱਲ ਤੁਰੀ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਕਰੋਨਾ ਦੇ ਮਾਮਲੇ ਦੇ ਵਿੱਚ ਕਿੰਨੇ ਲੋਕ ਮਰੇ ਨੇ, ਕਿੰਨੇ ਲੋਕਾਂ ਨੂੰ ਕਰੋਨਾ ਹੋਇਆ, ਇਸ ਬਾਰੇ ਸਪਸ਼ਟ ਆંકੜੇ ਨਹੀਂ ਹਨ, ਕਿਉਂਕਿ ਪਿੰਡਾਂ ਦੇ ਵਿੱਚ ਕੁਝ ਲੋਕ ਜਿਹੜੇ ਕਰੋਨਾ ਦੇ ਪੀੜਤ ਹੋਏ ਉਹਨਾਂ ਦਾ ਰਿਕਾਰਡ ਨਹੀਂ ਆਇਆ, ਕਰੋਨਾ ਦੇ ਨਾਲ ਜਿਹੜੇ ਮਰੇ ਨੇ ਉਹਨਾਂ ਦਾ ਰਿਕਾਰਡ ਨਹੀਂ ਆਇਆ, ਇੱਥੋਂ ਤੱਕ ਕਿ ਦਰਿਆਵਾਂ ਦੇ ਸਪੁਰਦ ਕਰ ਦਿੱਤੇ ਗਏ ਕਰੋਨਾ ਪੀੜਤ ਉਹ ਲੋਕ ਜਿਹੜੇ ਵਿਚਾਰੇ ਮਾਰੇ ਗਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਕਰਦਾ ਕੇਂਦਰ ਸਰਕਾਰ ਦੇ ਉੱਤੇ ਕਿ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ, ਕਿਸਾਨਾਂ ਨੂੰ ਥੋੜੀ ਥੋੜੀ ਬੁਰਕੀ ਪਾਉਣ ਦੀ ਗੱਲ ਵੀ ਕਰਦੀ ਹੈ। ਉਹ ਕਹਿੰਦੀ ਹੈ ਵੀ ਅਸੀਂ ਤੁਹਾਨੂੰ 3 ਮਹੀਨਿਆਂ ਬਾਅਦ 2000 ਰੁਪਇਆ ਦੇਣਾ, ਹੁਣ ਉਹਦੇ ਵਿੱਚ ਵਧਾ ਦੇਣਾ, ਪਰ ਕਿਸਾਨਾਂ ਦੀਆਂ ਅਸਲ ਮੰਗਾਂ ਜਿਹੜੀਆਂ ਨੇ ਉਹਨਾਂ ਵੱਲ ਧਿਆਨ ਕਰਨ ਦਾ ਉਹਨਾਂ ਦਾ ਯਤਨ ਕੋਈ ਨਹੀਂ। ਇਹਦੇ ਵਿੱਚ ਇੱਕ ਪੱਖ ਜਿਹੜਾ ਜ਼ਿਆਦਾ ਚੰਗਾ ਦਿਖਾਈ ਦੇ ਰਿਹਾ, ਚੰਦਰਚੂੜ ਜਿਹੜੇ ਕਿ ਬੜੇ ਲਰਨਡ ਜਸਟਿਸ ਨੇ, ਆਨਰੇਬਲ ਜਸਟਿਸ ਨੇ, ਉਹਨਾਂ ਨੇ ਇਹ ਗੱਲ ਕਹੀ ਵੀ ਸਰਕਾਰਾਂ ਤੇ ਹੁਣ ਯਕੀਨ ਕਰਨ ਦੀ ਗੱਲ ਨਹੀਂ ਰਹਿ ਗਈ। ਉਹਨਾਂ ਨੇ ਇਕੱਲੀ ਭਾਰਤ ਦੀ ਸਰਕਾਰ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਵਿਸ਼ਵ ਭਰ ਦੀਆਂ ਸਰਕਾਰਾਂ ਦੀ ਗੱਲ ਕੀਤੀ ਵੀ ਸਰਕਾਰਾਂ ਦੇ ਉੱਤੇ ਯਕੀਨ ਹੁਣ ਕੀਤਾ ਨਹੀਂ ਜਾ ਸਕਦਾ, ਕਿਉਂਕਿ ਉਹ ਸਿਰਫ ਤੇ ਸਿਰਫ ਆਪਣਾ ਪੱਖ ਪੇਸ਼ ਕਰਦੀਆਂ ਨੇ। ਸਹੀ ਸਥਿਤੀ ਜਿਹੜੀ ਹੈ, ਜਿਹੜੀ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਹੁੰਦੀ ਆ, ਉਹਦਾ ਵਰਣਨ ਉਹ ਸਹੀ ਢੰਗ ਦੇ ਨਾਲ ਨਹੀਂ ਕਰਦੀਆਂ, ਨਾ ਰਿਪੋਰਟ ਪੇਸ਼ ਕਰਦੀਆਂ ਨੇ, ਨਾ ਆਪਣਾ ਪੱਖ, ਨਾ ਵਿਰੋਧ ਵਾਲਾ ਪੱਖ, ਉਸ ਨੂੰ ਵੀ ਸਹੀ ਢੰਗ ਨਾਲ ਪੇਸ਼ ਨਹੀਂ ਕਰਦੀਆਂ। ਇਸੇ ਤਰ੍ਹਾਂ ਸੂਬਾ ਸਰਕਾਰਾਂ ਨੇ, ਸੂਬਾ ਸਰਕਾਰਾਂ ਦੇ ਮਾਮਲੇ ਦੇ ਉੱਤੇ ਪੱਛਮੀ ਬੰਗਾਲ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਹੁਣੇ ਜੇ ਵਾਪਰੀਆਂ ਘਟਨਾਵਾਂ ਦੇ ਵਿੱਚ ਤੁਸੀਂ ਦੇਖੋ ਵੀ ਬੰਬੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਉਸ ਮਾਮਲੇ ਨੂੰ ਇਸ ਗੱਲ ਦੇ ਨਾਲ ਜੋੜਿਆ ਜਾ ਸਕਦਾ। ਪਰ ਚੰਗੀ ਗੱਲ ਇਹ ਵਾਪਰੀ ਹੈ ਕਿ ਹੁਣ ਖਾਸ ਤੌਰ ਤੇ ਹੋਣ ਵਾਲੇ ਜਿੰਨੇ ਜਸਟਿਸ ਬੈਠੇ ਨੇ, ਉੱਪਰਲੇ ਜਸਟਿਸ ਬੈਠੇ ਨੇ ਸੁਪਰੀਮ ਕੋਰਟ ਦੇ, ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਨ ਤੇ ਲੱਗੇ ਹੋਏ ਨੇ। ਸਰਕਾਰ ਦੀ ਉਸ ਮਾਮਲੇ ਤੇ ਪੂਰੀ ਤਰ੍ਹਾਂ ਖਿਚਾਈ ਕਰਦੇ ਨੇ ਜਿਸ ਵੇਲੇ ਉਹਨਾਂ ਨੂੰ ਸਹੀ ਮਹੀਨਿਆਂ ਦੇ ਵਿੱਚ ਕੋਈ ਉਹਨਾਂ ਤੋਂ ਜਵਾਬ ਨਹੀਂ ਮਿਲਦਾ, ਔਰ ਇਸ ਗੱਲ ਲਈ ਟਾਈਮ ਬਾਉਂਡ ਉਹਨਾਂ ਨੂੰ ਕੀਤਾ ਜਾਂਦਾ ਵੀ ਤੁਸੀਂ ਇਸ ਮੌਕੇ ਤੱਕ ਸਾਨੂੰ ਜਵਾਬ ਦਿਓ। ਇਹਦੀ ਇੱਕ ਉਦਾਹਰਣ ਇਹ ਹੈ ਕਿ ਉਹਨਾਂ ਨੇ ਮੰਗਿਆ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ MP ਨੇ, ਜਿੰਨੇ MLA ਨੇ, ਕਿਹਾ ਇਹ ਜਾ ਰਿਹਾ ਵੀ ਲਗਭਗ 48% MLA MPs ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ, ਤੁਸੀਂ ਸਾਨੂੰ ਉਹਨਾਂ ਦਾ ਵੇਰਵਾ ਦਿਓ। ਔਰ ਸਰਕਾਰ ਜਿਹੜੀ ਹੈ ਉਹ ਲਗਾਤਾਰ ਇਸ ਗੱਲ ਤੋਂ ਵੇਸੜੀ ਹੋਈ ਬੈਠੀ ਆ, ਘੇਸੜ ਵੱਟਦੀ ਆ, ਪਰ ਹੁਣ ਉਹਨਾਂ ਨੇ ਕਹਿਤਾ ਵੀ ਸਾਨੂੰ ਡੇਟ ਬਾਉਂਡ ਉਹਨਾਂ ਨੇ ਕਰ ਦਿੱਤਾ ਵੀ ਸਾਨੂੰ ਇਹਦਾ ਵੇਰਵਾ ਦੱਸੋ, ਔਰ ਇਹ ਵੀ ਦੱਸੋ ਵੀ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਉਹਨਾਂ ਦਾ ਨਿਪਟਾਰਾ ਅਦਾਲਤਾਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਹੋਏਗਾ, ਇਹ ਦੱਸਣਾ ਵੀ ਸਰਕਾਰ ਦਾ ਕੰਮ। ਸੋ ਇਹ ਇੱਕ ਅੱਛੀ ਸ਼ੁਰੂ ਹੋਈ ਹੈ ਕਿ ਦੇਸ਼ ਦੀ ਜੁਡੀਸ਼ਰੀ ਨੇ
अपना बहुत बड़ा फर्ज जिहड़ा है पूरा करना शुरू करता, क्योंकि वो महसूस कर लग पे ने भी देश एक किस्म की डिक्टेटरशिप वाल दे पासे नूं वध रहा। और साडा देश लोकतंत्रक है, गणतंत्र है, संघवाद है। इत्थे इन्हां सारियां दे पक्ष तो उन्हां दा भी फर्ज बनदा भी वो हरेक दे हक्कां दी राखी करन। ਚਲੋ ਠੀਕ ਹੈ, ਬਹੁਤ ਵਧੀਆ ਗੱਲ ਹੈ ਪਲਾਈ ਸਾਹਿਬ ਕਿ ਦੇਸ਼ ਦੇ ਵਿੱਚ, ਦੇਸ਼ ਦੇ ਲੋਕਾਂ ਦੇ ਵਿੱਚ ਜਾਗਰੂਕਤਾ ਆਉਣੀ ਚਾਹੀਦੀ ਹੈ ਤੇ ਇਸ ਵੇਲੇ ਕਿਸਾਨ ਵੱਧ ਚੜ੍ਹ ਕੇ ਲੀਡਰਾਂ ਨੂੰ ਸਵਾਲ ਪੁੱਛ ਰਹੇ ਨੇ ਔਰ ਇਹ ਪੁੱਛ ਰਹੇ ਨੇ ਕਿ ਹੁਣ ਜੇ ਵੋਟਾਂ ਆ ਗਈਆਂ ਤੇ ਪਿਛਲਾ ਕੰਮ ਤੁਸੀਂ ਕੀਤਾ, ਜੇਕਰ ਤੁਸੀਂ ਪਿਛਲਾ ਕੰਮ ਹੀ ਨਹੀਂ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰੋਗੇ। ਬਹੁਤ ਚੰਗੀ ਗੱਲ ਹੈ। ਔਰ ਕਿਸਾਨਾਂ ਨੇ ਬਾਕੀ ਬਹੁਤ ਸਾਰੀਆਂ ਪਾਰਟੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਵੀ ਕੋਈ ਸਿਆਸੀ ਬੰਦਾ ਆਉਂਦਾ ਉਹ ਉਹਦਾ ਵਿਰੋਧ ਕਰ ਰਹੀਆਂ ਨੇ। ਪਹਿਲਾਂ ਤਾਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਕਿਸਾਨਾਂ ਨੇ ਬਾਕੀ ਪਾਰਟੀਆਂ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਪਲਾਈ ਸਾਹਿਬ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਬਿਲਕੁਲ ਠੀਕ ਹੋਏਗਾ? ਕਿਉਂਕਿ ਸਿਆਸਤ ਤੋਂ ਬਿਨਾਂ, ਰਾਜਨੀਤਿਕ ਬੰਦਿਆਂ ਤੋਂ ਬਿਨਾਂ ਵੀ ਦੇਸ਼ ਚੱਲ ਨਹੀਂ ਸਕਦਾ। ਉੱਪਰ ਇੱਕ ਸਿਸਟਮ ਜ਼ਰੂਰ ਚਾਹੀਦਾ ਹੈ ਤੇ ਜੇਕਰ ਕਿਸਾਨ ਸਾਰੇ ਹੀ ਪਾਰਟੀਆਂ ਨੂੰ ਘੇਰਨਾ ਸ਼ੁਰੂ ਕਰ ਦੇਣਗੇ ਤੇ ਆਉਣ ਵਾਲਾ ਮਾਹੌਲ ਕੀ ਹੋਏਗਾ? ਕੀ ਸੋਚਦੇ ਹੋ ਇਸ ਬਾਰੇ? देखो, एक गल तो बहुत साफ सुथरी है कि किसानां दे विच रोस बहुत बड़ा है जी। किसान ये भी महसूस करते हैं कि ये स्थिति पैदा करने वाले आम तौर पे वो गिनते हैं कि किसान सियासतदान ने, जिन्हां ने समय समय ते अपनी जिहड़ी बनदी जिम्मेवारी सी उन्हां दी उस नूं पूरा नहीं कीता। जदों उन्हां ने पूरा नहीं कीता ते उन्हां दे मन विच रोस है कि वो पुछण सियासतदानां नूं कि उन्होंने उन्हां दी रोटी पानी, उन्हां दे बनदे अधिकारां 5 साल दे विच पुछे जाण वाले जां कीते जाण वाले कामां बारे कोई जानकारी उन्हां तक क्यों नहीं पहुंचती कीती ते क्यों नहीं जिस वेले 3 कानून बनने शुरू हुए उस वेले वक्खो वक्खरियां पार्टियां ने इस नूं लाइट क्यों लिया, सौखे जिहे ढंग नाल क्यों लिया। आर्डीनेंस भी पास हो गए, फिर देखो कानून भी पार्लीमेंट में लिया के पास कर दिता गया। तो इस मामले ते एक नैशनल पद्धर ते तां उन्होंने एक गल कर दी कि असी भाजपा दा पूरा विरोध करांगे, बाईकाट करांगे और यह गल कहांगे कि भाई असी तुहानू वोटां नहीं लैण देणियां। लोकां नू कहना भी यही एक इहो जी पार्टी आ जिहड़ी साडे दुखां दे विच वाधा कर रही है, सानू परेशान कर रही है और खास तौर पे कारपोरेट दे कहते कर रही है, क्योंकि देश दे विच कारपोरेट निजीकरण करन दे मामले ते उत्ते सारा कुछ हथिया के आप राज करना चाहुंदा जिवें अमेरिका दे विच है। तो दूसरे पक्ष ये हुंदा भी बाकी पार्टियां दा विरोध भी पिंडां दे विच जां शहरां दे विच क्यों होना शुरू हो गया। उस दा भी एक कारण है कि पार्टियां दे नुमाइंदे जिहड़े ने 5 सालां दे विच एक दो वारी किसी पिंड दे विच जांदे ने, गलबात पुੱਛ आउंदे ने ते मुड़ के फिर दलालां दे राहीं काम करदे ने। उन्हां दे जिहड़ियां हाकम ते रामी ने लोकां दी कटहरे दे विच नहीं जांदे। उस वेले लोकां दे मन विच इह गल आउंदी है भई उपरली ते हेठली सरकार इक्को जिहियां ने ते जे इक्को जिहियां दोए सरकारां ने ते सारियां पार्टियां जिहड़ियां ने उन्हां तो सवाल पुछणे बनदे ने। हुण जदों सवाल पुछदे ने पिंडां दे विच, हरियाणे दे विच तां बहुत वड्डा विरोध हुंदा। ਉਹ ਤਾਂ ਭਾਜਪਾ ਦੇ ਨਾਲ ਕਾਂਗਰਸ ਵਾਲਿਆਂ ਨੂੰ ਵੀ ਸਵਾਲ ਪੁੱਛਦੇ ਨੇ, ਪਰ ਪੰਜਾਬ ਦੇ ਵਿੱਚ ਵੀ ਹੁਣ ਇਸ ਕਿਸਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਕਾਂਗਰਸ ਦੇ ਐਮਐਲਏ ਜਦੋਂ ਜਾਂਦੇ ਨੇ ਉਹਨਾਂ ਤੋਂ ਵੀ ਸਵਾਲ ਪੁੱਛਣੇ ਸ਼ੁਰੂ ਹੋ ਗਏ ਨੇ ਵੀ 4.5 ਸਾਲ ਤੁਸੀਂ ਸਾਡੇ ਲਈ ਕੀ ਕੀਤਾ। ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀ ਸਰਕਾਰ ਨੇ ਕੁਝ ਕਰਜ਼ੇ ਮਾਫ ਕੀਤੇ ਨੇ, ਆ ਹੁਣ ਗੰਨੇ ਦੇ ਭਾਅ ਜਿਹੜੇ ਨੇ ਉਹ ਵਧੀਆ ਢੰਗ ਦੇ ਨਾਲ ਉਹਨਾਂ ਦੀ ਨੀਅਤ ਕਰ ਦਿੱਤੇ ਨੇ, ਪਰ ਬਹੁਤ ਸਾਰੇ ਮਾਮਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਕਾਰਨ ਕਿਸਾਨਾਂ ਦੇ ਵਿੱਚ ਔਰ ਆਮ ਲੋਕਾਂ ਦੇ ਵਿੱਚ ਪਾਰਟੀਆਂ ਲਈ ਵੱਡਾ ਰੋਸ ਹੈ। ਇਹ ਰੋਸ ਲਗਾਤਾਰ ਵਧਦਾ ਜਾਏਗਾ ਕਿਉਂਕਿ ਉਹ ਮਹਿਸੂਸ ਕਰਦੇ ਨੇ ਵੀ ਚੋਣਾਂ, ਸਿਰਫ ਚੋਣਾਂ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਇਹਨਾਂ ਨੇ ਵੋਟਾਂ ਲੈ ਲੈਣੀਆਂ ਤੇ ਮੁੜ ਕੇ ਫਿਰ 5 ਸਾਲਾਂ ਲਈ ਚੁੱਪੀ ਬਾਟੀ ਰੱਖਣੀ ਆ ਤੇ ਸਾਨੂੰ ਸੰਘਰਸ਼ ਦੇ ਰਾਹ ਪੈਣਾ ਤੇ ਅਸੀਂ ਇਹਨਾਂ ਤੋਂ ਸਵਾਲ ਪੁੱਛਣੇ ਨੇ ਕਿ ਇਹਨਾਂ ਨੇ 5 ਸਾਲਾਂ ਵਿੱਚ ਸਾਡੇ ਲਈ ਕੀ ਕੀਤਾ। ਇਸੇ ਕਰਕੇ ਉਹਨਾਂ ਦਾ ਥਾਂ ਤੇ ਵਿਰੋਧ ਹੋ ਰਿਹਾ। ਉਹਨਾਂ ਨੇ ਵਿਰੋਧ ਤਾਂ ਹੁਣ ਦੇਖੋ ਸਿੱਧੂ ਦਾ ਵੀ ਕੀਤਾ। ਸਿੱਧੂ ਨਵਾਂ ਬਣਿਆ ਐਮਐਲਏ ਤੋਂ ਪ੍ਰਧਾਨ ਹੈ, ਪਰ ਉਸ ਤੋਂ ਜਦੋਂ ਪੁੱਛਦੇ ਨੇ ਕਿ ਤੂੰ ਪੰਜਾਬ ਦੇ ਬਾਰੇ
ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ, ਤੇਰਾ ਆਪਣਾ ਰਾਜ ਆ, ਤੂੰ ਕਰਕੇ ਕਿਉਂ ਨਹੀਂ ਦਿਖਾਉਂਦਾ? ਤੂੰ ਕਿਉਂ ਇਹ ਗੱਲ ਕਹਿਣਾ ਵੀ ਆਉਣ ਵਾਲੇ 5 ਸਾਲਾਂ ਵਿੱਚ ਮੈਂ ਕਰੂੰਗਾ? ਇਹਦਾ ਭਾਵ ਤਾਂ ਇਹ ਹੈ ਕਿ ਉਹ ਸਿਰਫ ਵੋਟਾਂ ਦੀ ਖਾਤਰ ਜਾਂ ਕੈਪਟਨ ਦੇ ਵਿਰੋਧ ਦੀ ਖਾਤਰ ਇਹ ਇਸ ਕਿਸਮ ਦੀ ਗੱਲ ਕਰਦਾ, ਤੇ ਲੋਕ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ, ਕਿਉਂਕਿ ਲੋਕ ਹੁਣ ਬੜੇ ਸਿਆਣੇ ਹੋ ਗਏ ਨੇ। ਹਾਂ, ਇੱਕ ਗੱਲ ਜਿਹੜਾ ਸਵਾਲ ਤੁਸੀਂ ਪੁੱਛਿਆ ਵੀ ਜਿਸ ਵੇਲੇ ਕਿਸਾਨ ਲਗਾਤਾਰ ਸਾਰੀਆਂ ਪਾਰਟੀਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਕਰਨਗੇ, ਉਸ ਵੇਲੇ ਉਹਨਾਂ ਦੇ ਨਾਲ ਕੌਣ ਖੜੇਗਾ? ਜਿਸ ਵੇਲੇ ਉਹ ਬਹੁਤ ਵੱਡੇ ਸੰਘਰਸ਼ ਲਈ ਅੱਗੇ ਜਾਣਗੇ। ਸੋ ਇਹ ਥੋੜਾ ਸੰਜਮ ਦੇ ਨਾਲ ਕਰਨ ਵਾਲਾ ਕਾਰਜ ਹੈ, ਕਿਉਂਕਿ 32 ਮੈਂਬਰੀ ਜਿਹੜੀ ਕਮੇਟੀ ਬਣੀ ਹੋਈ ਹੈ ਕਿਸਾਨਾਂ ਦੀ, ਉਹਨਾਂ ਨੇ ਤੇ ਸਿਰਫ ਭਾਜਪਾ ਦੇ ਬਾਈਕਾਟ ਦਾ ਫੈਸਲਾ ਕੀਤਾ ਹੋਇਆ। ਸਥਾਨਿਕ ਪੱਧਰ ਤੇ ਕਿਸਾਨ ਆਪਣੇ ਤੌਰ ਤੇ ਫੈਸਲੇ ਲੈਂਦੇ ਨੇ ਔਰ ਉਹਨਾਂ ਕਿਸਾਨਾਂ ਦੇ ਵੱਲੋਂ ਲੀਡਰਾਂ ਦਾ ਵਿਰੋਧ ਕਰਦੇ ਨੇ। ਇਹਦੇ ਨਾਲ ਕਿਸਾਨ ਮੂਵਮੈਂਟ ਨੂੰ ਸੱਟ ਵੱਜੇਗੀ, ਕਿਉਂਕਿ ਜਿਹੜੇ ਐਕਟਿਵ ਲੋਕ ਵੱਖੋ ਵੱਖਰੀਆਂ ਪਾਰਟੀਆਂ ਦੇ ਨੇ, ਭਾਜਪਾ ਦੇ ਵਿਰੋਧ ਵਾਲੇ ਨੇ, ਜੇ ਉਹਨਾਂ ਦਾ ਵੀ ਵਿਰੋਧ ਇਸ ਢੰਗ ਨਾਲ ਹੋਣਾ ਸ਼ੁਰੂ ਹੋ ਗਿਆ ਤੇ ਭਾਈ ਉਸ ਦੇ ਨਾਲ ਬੜਾ ਖਲਾ ਜਿਹੜਾ ਹੈ ਕਿਸਾਨਾਂ ਤੇ ਪਾਰਟੀਆਂ ਦੇ ਵਿੱਚ ਪਏਗਾ। ਆ ਕੱਲ ਦੀ ਗੱਲ ਹੈ, ਜਲਾਲਾਬਾਦ ਜਿਹੜਾ ਬੜਾ ਮਸ਼ਹੂਰ ਹੋਇਆ ਇਹਨਾਂ ਦਿਨਾਂ ਦੇ ਵਿੱਚ, ਕਦੇ ਕੈਪਟਨ ਦੇ ਨਾਲ ਤੇ ਕਦੇ ਸਿੱਧੂ ਦੇ ਨਾਲ ਜਾਣ ਵਾਲਾ MLA, ਉਹ ਕਿਸੇ ਪਿੰਡ ਦੇ ਵਿੱਚ ਗਿਆ, ਉਹਦਾ ਵਿਰੋਧ ਹੋਇਆ, ਉਹ ਤੋਂ ਸਵਾਲ ਪੁੱਛੇ ਜਾਣ ਲੱਗ ਪਏ, ਉਹ ਸਵਾਲਾਂ ਦੇ ਜਵਾਬ ਦੇ ਨਾ ਸਕਿਆ, ਉਹਨੇ ਆਪਣਾ ਫੱਟੀ ਬਸਤਾ ਚੱਕਿਆ ਔਰ ਤੁਰ ਗਿਆ, ਇਹ ਕਹਿ ਕੇ ਵੀ ਭਾਈ ਅਸੀਂ ਤੁਹਾਡੇ ਪਿੰਡ ਆਵਾਂਗੇ ਹੀ ਨਾ। ਸਿਆਸਤਦਾਨਾਂ ਨੂੰ ਵੀ ਸੋਚਣ ਦੀ ਲੋੜ ਹੈ ਵੀ ਉਹ 5 ਸਾਲ ਜੇ ਉੱਥੇ ਗਏ ਨੇ ਤੇ ਕਿਉਂ ਨਹੀਂ ਗਏ, ਤੇ ਜੇ 5 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਕੰਮ ਕੀਤੇ ਨਹੀਂ ਤਾਂ ਕਿਉਂ ਨਹੀਂ ਕੀਤੇ? ਜੇ ਸਵਾਲ ਲੋਕ ਪੁੱਛਦੇ ਨੇ, ਸਿਰਫ ਕਿਸਾਨ ਨਹੀਂ, ਆਮ ਲੋਕ ਵੀ ਸਵਾਲ ਪੁੱਛਦੇ ਨੇ, ਔਰ ਇਹ ਉਹਨਾਂ ਦਾ ਸੰਵਿਧਾਨਕ ਹੱਕ ਵੀ ਹੈ। ਬਿਲਕੁਲ ਠੀਕ ਜੀ। ਔਰ ਹੱਕ ਜਿਹੜਾ ਉਹ ਕਹਿੰਦੇ ਕਦੀ ਮਿਲਦਾ ਨਹੀਂ ਹੈ, ਹੱਕ ਖੋਣਾ ਪੈਂਦਾ, ਔਰ ਇਸ ਵੇਲੇ ਜਨਤਾ ਆਪਣੇ ਹੱਕ ਦੇ ਪ੍ਰਤੀ ਚੇਤਨ ਹੋ ਚੁੱਕੀ ਹੈ, ਬਹੁਤ ਚੰਗੀ ਗੱਲ ਹੈ। ਅੱਛਾ ਭਲਾਈ ਸਾਹਿਬ, ਇੱਕ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਵੱਲੋਂ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਲਈ, ਉਹਨਾਂ ਨੇ ਕਿਹਾ ਸੀ ਕਿ ਪੂਰੀ ਇਹਨਾਂ ਦੀ ਦੇਖੋ ਪੜਤਾਲ ਕਰੋ, ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਕੋਈ ਫੈਸਲਾ ਨਹੀਂ ਸੁਣਾਇਆ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਅੰਦੋਲਨ ਨੂੰ ਬੰਦ ਕੀਤਾ ਜਾਵੇ। ਕਦੀ ਕਰੋਨਾ ਦੇ ਨਾਂ ਤੇ ਬੰਦ ਕਰਨ ਦੀ ਕਿਹਾ ਜਾਂਦਾ ਹੈ, ਔਰ ਕਦੀ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਹੋ ਰਹੀਆਂ ਨੇ ਉੱਥੇ ਦਿੱਲੀ ਦੇ ਵਿੱਚ, ਉਹਦੇ ਮੁਤਾਬਿਕ ਉਹਨਾਂ ਨੂੰ ਇਹ ਅੰਦੋਲਨ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ। ਪਰ ਸੁਪਰੀਮ ਕੋਰਟ ਨੇ ਉਸ ਕਮੇਟੀ ਦਾ ਫੈਸਲਾ ਨਹੀਂ ਹਲੇ ਤੱਕ ਸੁਣਾਇਆ। ਕੀ ਕਹੋਗੇ ਇਹਦੇ ਬਾਰੇ? ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਸੁਥਰੀ ਹੈ ਕਮਲ ਜੀ, ਤੇ ਸੁਪਰੀਮ ਕੋਰਟ ਨੇ ਆਪਣਾ ਬਣਦਾ ਸਰਦਾ ਰੋਲ ਅਦਾ ਕਰਨ ਦਾ ਯਤਨ ਕੀਤਾ ਜੀ। ਉਹਨਾਂ ਫੈਸਲਿਆਂ ਦੇ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ, ਉਸ ਘੜੀ ਤੱਕ, ਜਿਸ ਘੜੀ ਤੱਕ ਸਰਕਾਰ ਜਿਹੜੀ ਹੈ ਕੋਈ ਸਹੀ ਫੈਸਲਾ ਨਹੀਂ ਲੈਂਦੀ। ਪਰ ਆਪਣੇ ਵੱਲੋਂ 3 ਮੈਂਬਰੀ ਕਮੇਟੀ ਬਣਾਤੀ, ਪੂਰੇ ਦੇਸ਼ ਦੇ ਵਿੱਚ ਉਹ ਗਏ, ਉਹਨਾਂ ਨੇ ਆਪਣੀ ਰਿਪੋਰਟ ਵੀ ਪੇਸ਼ ਕਰ ਦਿੱਤੀ, ਪਰ ਉਹ ਰਿਪੋਰਟ ਨੂੰ ਹਾਲੇ ਬਿਲਕੁਲ ਡੱਬਾ ਬੰਦ ਰੱਖਿਆ ਗਿਆ ਹੈ। ਜਿਵੇਂ ਪੰਜਾਬ ਦੇ ਵਿੱਚ ਹਾਈ ਕੋਰਟ ਦੇ ਵਿੱਚ ਨਸ਼ਿਆਂ ਵਾਲੇ ਮਾਮਲੇ ਤੇ 2.5 ਸਾਲਾਂ ਦੀ ਰਿਪੋਰਟ ਜਿਹੜੀ ਹੈ ਲਟਕਦੀ ਪਈ ਹੈ ਔਰ ਖੁੱਲ ਨਹੀਂ ਰਹੀ, ਜਿਹਦੇ ਬਾਰੇ ਜ਼ਿਕਰ ਆਉਂਦਾ ਵੀ ਸ਼ਾਇਦ ਹੁਣ ਖੁੱਲ ਜਾਏਗੀ। ਸੋ ਇਸ ਮਾਮਲੇ ਦੇ ਉੱਤੇ ਇਹ ਗੱਲ ਕਰਨੀ ਬਣਦੀ ਆ ਵੀ ਸੁਪਰੀਮ ਕੋਰਟ ਨੂੰ ਦੋਹੇ ਧਿਰਾਂ ਨੂੰ ਬਿਠਾ ਕੇ ਇਸ ਮਾਮਲੇ ਤੇ ਕੋਈ ਐਮੀਕੇਬਲੀ ਸਹੀ ਸਮਝੌਤਾ ਜੇ ਨਹੀਂ ਹੁੰਦਾ ਤਾਂ ਆਪਣੇ ਵੱਲੋਂ ਜਿਨ੍ਹਾਂ ਨੇ ਰਿਟ ਕੀਤੀ ਹੋਈ ਹੈ ਉਹਨਾਂ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਦਿੱਤਾ ਜਾਣਾ ਚਾਹੀਦਾ। ਕਿਉਂਕਿ ਹੁਣ ਦੇਖੋ, ਪਹਿਲਾਂ 26 ਜਨਵਰੀ ਦਾ ਏਡਾ ਵੱਡਾ ਐਪੀਸੋਡ ਹੋਇਆ, ਉਸ ਤੋਂ ਬਾਅਦ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਹੋਰ ਯਤਨ ਵੀ ਹੋਏ ਇਸ ਗੱਲ ਲਈ, ਆਪਣੀ ਮੂਵਮੈਂਟ ਨੂੰ ਅੱਗੇ ਲਿਜਾਣ ਲਈ। 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਜਿਹੜਾ ਹੈ ਦਿੱਤਾ ਜਾਣ ਲੱਗਾ ਹੈ। ਭਾਵ ਇਹ ਆ ਵੀ ਕਿਸਾਨਾਂ ਦੀ ਮੂਵਮੈਂਟ ਲਗਾਤਾਰ ਤਿੱਖੀ ਹੋ ਰਹੀ ਆ, ਸਰਕਾਰ ਜਿਹੜੀ ਹੈ ਚੁੱਪ ਕਰਕੇ ਬੈਠੀ ਆ, ਕਹੀ ਇਹ ਜਾਂਦੀ ਆ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਆ, ਪਰ ਗੱਲਬਾਤ ਜਿਹੜੀ ਆ ਉਹ ਕਰ ਨਹੀਂ ਰਹੀ, ਸਹੀ ਮਾਇਨਿਆਂ ਦੇ ਵਿੱਚ ਗੱਲ ਨਹੀਂ ਕਰ ਰਹੀ। ਗੱਲਾਂ ਤਾਂ ਦੋ ਹੀ ਨੇ ਵੀ ਤਿੰਨੇ ਕਾਨੂੰਨ ਵਾਪਸ ਲੈ ਲਓ ਔਰ ਮਿਨੀਮਮ ਪ੍ਰਾਈਸ ਜਿਹੜੀ ਆ ਉਹ ਨਿਯਤ ਕਰ ਦਿਓ। ਇਹਦੇ ਵਿੱਚ ਦੂਸਰਾ ਪੱਖ ਇਹ ਵੀ ਹੋ ਸਕਦਾ, ਇਹ ਕਹਿਤਾ ਜਾਏ ਵੀ ਅਸੀਂ ਤਿੰਨਾਂ ਨੂੰ ਮਨਸੂਖ ਕਰਦੇ ਹਾਂ ਤੇ ਉਸ ਤੋਂ ਬਾਅਦ ਕੋਈ ਨਵੇਂ ਕਾਨੂੰਨ ਜਿਹੜੇ ਬਣਨੇ ਨੇ
ਉਹਨਾਂ ਬਾਰੇ ਕਿਸਾਨਾਂ ਦੇ ਨਾਲ ਰਲ ਕੇ ਫੈਸਲਾ ਕਰਕੇ ਕੋਈ ਗੱਲ ਕੀਤੀ ਜਾ ਸਕਦੀ ਹੈ। ਇਹੀ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਜੇ ਸੁਲਝੇ ਹੋਏ ਜੱਜ ਕਰ ਦੇਣਗੇ ਜਾਂ ਉਹਨਾਂ ਨੂੰ ਇੱਕ ਟੇਬਲ ਤੇ ਬਿਠਾਉਣ ਲਈ ਹਦਾਇਤ ਕਰ ਦੇਣਗੇ ਵੀ ਇਹਦੇ ਬਾਰੇ ਟਾਈਮ ਬਾਉਂਡ ਫੈਸਲਾ ਕਰਕੇ ਸਾਨੂੰ ਦੱਸੋ, ਨਹੀਂ ਤਾਂ ਅੱਗੋਂ ਅਸੀਂ ਆਪਣੀ ਕਾਰਵਾਈ ਕਰਾਂਗੇ। ਅਸਲ ਮਾਇਨਿਆਂ ਦੇ ਵਿੱਚ ਜਿਨ੍ਹਾਂ ਤਿੰਨਾਂ ਕਾਨੂੰਨਾਂ ਦੀ ਇਹ ਗੱਲ ਕੀਤੀ ਜਾ ਰਹੀ ਆ ਕਿ ਉਹ ਸੰਵਿਧਾਨਿਕ ਨੇ ਜਾਂ ਸੰਵਿਧਾਨਿਕ ਨਹੀਂ ਹਨ, ਇਸ ਮਾਮਲੇ ਬਾਰੇ ਹਾਲੇ ਤੱਕ ਕੋਈ ਵੀ ਰਿਟ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਦਾਖਲ ਨਹੀਂ ਹੋ ਸਕੀ, ਜਿਹਦੇ ਕਰਕੇ ਮਾਮਲਾ ਜਿਹੜਾ ਲਟਕਿਆ ਹੋਇਆ। ਸਿਰਫ ਉਸ 3 ਮੈਂਬਰੀ ਕਮੇਟੀ ਨੇ ਇਹੀ ਗੱਲ ਬਾਰੇ ਰਿਪੋਰਟ ਇਕੱਠੀ ਕੀਤੀ ਆ ਵੀ ਕੌਣ ਇਸ ਕਾਨੂੰਨਾਂ ਦੇ ਹੱਕ ਵਿੱਚ ਹੈ, ਕੌਣ ਕਾਨੂੰਨਾਂ ਦੇ ਹੱਕ ਵਿੱਚ ਨਹੀਂ ਹੈ। ਸੋ ਕਿਸਾਨਾਂ ਦਾ ਤੇ ਸਰਕਾਰ ਦਾ ਦੋਹਾਂ ਦਾ ਭੇੜ ਜਾਰੀ ਹੈ। ਸਰਕਾਰ ਬੁਰੀ ਤਰ੍ਹਾਂ ਜਿੱਦ ਕਰ ਰਹੀ ਹੈ, ਕਿਸਾਨ ਆਪਣੀ ਗੱਲ ਔਖੇ ਵੇਲਿਆਂ ਦੇ ਵਿੱਚ ਪਵਾਉਣ ਲਈ ਵੀ ਯਤਨਸ਼ੀਲ ਨੇ। ਦੇਖੋ ਐਡੇ ਵੱਡੇ ਸਮੇਂ ਲਈ ਕਿਸੇ ਵੀ ਅੰਦੋਲਨ ਨੂੰ ਜਾਰੀ ਰੱਖਣਾ ਔਰ ਲਗਾਤਾਰ ਜਾਰੀ ਰੱਖਣਾ ਬਹੁਤ ਵੱਡਾ ਔਰ ਜੋਖਮ ਦਾ ਕੰਮ ਹੈ। ਔਰ ਉਸ ਤੋਂ ਵੀ ਅਗਲੀ ਗੱਲ ਇਹ ਕਿ ਪੰਜਾਬ ਹਰਿਆਣਾ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਐਨ ਕਾਬੂ ਵਿੱਚ ਰੱਖਣਾ, ਇਸ ਵੇਲੇ ਕਿਸਾਨਾਂ ਦਾ ਡਰ ਉਹਨਾਂ ਨੂੰ ਪੈਦਾ ਹੋਇਆ ਆ। ਔਰ ਇਸ ਗੱਲ ਦਾ ਵੀ ਖਦਸ਼ਾ ਲੱਗਿਆ ਹੋਇਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਵੀ ਕਿਸਾਨ ਕਿਸ ਕਿਸਮ ਦਾ ਰੋਲ ਅਦਾ ਕਰਨਗੇ ਆਉਣ ਵਾਲੀ ਜਿਹੜੀ ਚੋਣ 6 ਮਹੀਨਿਆਂ ਦੇ ਵਿੱਚ ਆਉਣ ਵਾਲੀ ਹੈ, ਜਾਂ ਯੂਪੀ ਵਿੱਚ ਉਹ ਕਿਸ ਕਿਸਮ ਦਾ ਰੋਲ ਅਦਾ ਕਰਨਗੇ, ਇਹ ਵੀ ਬਹੁਤ ਵੱਡਾ ਸਵਾਲ ਹੈ। ਤੇ ਕਿਸਾਨਾਂ ਦੇ ਮਨ ਦੇ ਵਿੱਚ ਵੀ ਇਹੀ ਆ ਵੀ ਯੂਪੀ ਬਹੁਤ ਵੱਡਾ ਸੂਬਾ ਹੈ ਔਰ ਸਰਕਾਰ ਸ਼ਾਇਦ ਇਸ ਪ੍ਰੈਸ਼ਰ ਵਿੱਚ ਆ ਕੇ ਕਿ ਯੂਪੀ ਦੀਆਂ ਚੋਣਾਂ ਅਸੀਂ ਹਾਰ ਨਾ ਜਾਈਏ, ਕੋਈ ਨਾ ਕੋਈ ਸਮਝੌਤਾ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਕਰ ਲੈਣਗੇ। ਪਰ ਇਹ ਸਾਰੇ ਮਾਮਲੇ ਦੇ ਵਿੱਚ ਮੇਰੀ ਸਮਝ ਇਹ ਕਹਿੰਦੀ ਹੈ ਕਿ ਸੁਪਰੀਮ ਕੋਰਟ ਨੂੰ ਐਕਟਿਵ ਹੋ ਕੇ ਸਹੀ ਫੈਸਲਾ ਲੈ ਕੇ ਦੋਹਾਂ ਧਿਰਾਂ ਦੇ ਮਾਮਲੇ ਤੇ ਸਿਰਫ ਪੈਂਡਿੰਗ ਕੇਸ ਨਹੀਂ ਰੱਖਣੇ ਚਾਹੀਦੇ, ਇਹਨਾਂ ਬਾਰੇ ਫੈਸਲਾ ਕਰਨਾ ਚਾਹੀਦਾ। ਬਿਲਕੁਲ ਉਸੇ ਢੰਗ ਦੇ ਨਾਲ ਪੈਂਡਿੰਗ ਰੱਖ ਲਏ ਗਏ ਨੇ ਜਿਵੇਂ ਪੰਜਾਬ ਦੇ ਪਾਣੀਆਂ ਦਾ, ਰਾਜਸਥਾਨ ਹਰਿਆਣਾ ਦੇ ਪਾਣੀਆਂ ਦਾ ਮਾਮਲਾ ਬੜੇ ਸਾਲਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਲਟਕ ਰਿਹਾ ਔਰ ਉਸ ਦਾ ਕੋਈ ਫੈਸਲਾ ਨਹੀਂ ਹੋ ਰਿਹਾ। ਬਿਲਕੁਲ ਉਸੇ ਲੜੀ ਦੇ ਵਿੱਚ ਇਹ ਕੇਸ ਨਾ ਆ ਜਾਏ, ਇਸ ਗੱਲ ਦਾ ਖਦਸ਼ਾ ਹੈ। ਬਿਲਕੁਲ ਜੀ, ਔਰ ਅਸੀਂ ਇਹੀ ਦੁਆ ਕਰਾਂਗੇ ਕਿ ਇਹ ਮਸਲਾ ਜਿੰਨੀ ਜਲਦੀ ਹੱਲ ਹੋ ਸਕੇ ਉਨਾ ਜ਼ਿਆਦਾ ਵਧੀਆ ਹੈ ਔਰ ਪੰਜਾਬ ਦੇ ਲੋਕਾਂ ਨੂੰ ਅਸਲੀ ਰਾਹਤ ਮਿਲੇ ਤਾਂ ਕਿ ਜੋ ਉਹ ਚੀਜ਼ ਚਾਹੁੰਦੇ ਨੇ, ਜਿਹਦੇ ਨਾਲ ਉਹਨਾਂ ਦੀ ਖੁਸ਼ਹਾਲੀ ਹੈ, ਉਹਨਾਂ ਦੀ ਗੱਲ ਨੂੰ ਸੁਣਦੇ ਹੋਏ, ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਸਰਕਾਰ ਇਹ ਫੈਸਲਾ ਲਵੇ। ਸੋ ਪਲਾਈ ਸਾਹਿਬ, ਤੁਸੀਂ ਬਹੁਤ ਵਿਸਥਾਰਪੂਰਵਕ ਇਸ ਮਸਲੇ ਦੇ ਉੱਤੇ ਸਾਨੂੰ ਜਾਣਕਾਰੀ ਦਿੱਤੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮਿਹਰਬਾਨੀ ਜੀ, ਸ਼ੁਕਰੀਆ ਕਮਲ ਜੀ। ਔਰ ਇਸੇ ਤਰ੍ਹਾਂ ਹੀ ਹੋਰ ਬਾਕੀ ਮਸਲਿਆਂ ਦੇ ਉੱਤੇ ਵੀ ਅਸੀਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ, ਤੁਸੀਂ ਸਾਡੇ ਨਾਲ ਬਣੇ ਰਹਿਣਾ। ਪ੍ਰੋਗਰਾਮ ਪੰਜਾਬ ਚਰਚਾ 'ਚ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ। ਤਦ ਤੱਕ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਮੈਨੂੰ ਦੇ ਦਿਓ ਇਜਾਜ਼ਤ, ਧੰਨਵਾਦ।